ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੁਸੀਂ ਇਸ ਵਕਤ ਬਠਿੰਡਾ ਤੋਂ ਸਾਡੇ ਨਾਲ ਜੁੜੇ ਹੋਏ ਹੋ। ਮੇਰੇ ਨਾਲ ਇਸ ਵਕਤ ਡਾਕਟਰ ਸ਼ਿੰਦਰ ਕੌਰ ਭੈਣ ਜੀ ਜੁੜ ਗਏ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਭੈਣ ਜੀ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਇੱਕ ਜਿਵੇਂ ਕਹਾਵਤ ਹੈਗੀ ਹੈ ਨਾ ਜੀ, ਮੁਰਗੀ ਆਈ ਪਹਿਲਾਂ ਕਿ ਅੰਡਾ। ਜੀ ਸੋ ਉਸੇ ਤਰ੍ਹਾਂ ਇੱਕ ਬੜਾ ਲੋਕਾਂ ਨੂੰ ਵਹਿਮ ਹੈ ਵੀ ਘਬਰਾਹਟ ਨਾਲ ਡਰ ਪੈਦਾ ਹੁੰਦਾ ਕਿ ਡਰ ਨਾਲ ਘਬਰਾਹਟ ਪੈਦਾ ਹੁੰਦੀ ਹੈ। ਦੇਖੋ, ਗੱਲ ਇਸ ਤਰ੍ਹਾਂ ਕਿ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਜਿਨ੍ਹਾਂ 'ਚ ਪੈਨਿਕ ਅਟੈਕਸ ਤੱਕ ਆ ਜਾਂਦੇ ਨੇ। ਘਬਰਾਹਟ ਤਾਂ ਅਜਿਹੀ ਚੀਜ਼ ਹੈ ਜਿਹੜੀ ਅਸੀਂ ਬਹੁਤ ਗਰਮੀ ਵੀ ਲੱਗੇ ਤੇ ਅਸੀਂ ਕਹਿ ਦਿੰਦੇ ਹਾਂ ਉਹ ਘਬਰਾਹਟ ਲੱਗ ਰਹੀ, ਬਹੁਤ ਹੋਰ ਮਹਿਸੂਸ ਹੋ ਰਹੀ ਹੈ, ਉਹ ਵੱਖਰੀ ਚੀਜ਼ ਹੈ ਬਿਲਕੁਲ ਹੀ। ਪਰ ਜਿਹੜਾ ਡਰ ਹੈ ਜੀ ਉਹ ਕਿਸੇ ਦੇਖੀ ਜਾਂ ਅਣਦੇਖੀ ਚੀਜ਼ ਤੋਂ ਹੋ ਸਕਦਾ ਜੀ, ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਦੁਨੀਆ ਦਾ ਅਜਿਹਾ ਬੰਦਾ ਹੋਏਗਾ ਜਿਹਨੂੰ ਕਦੇ ਹੀ ਕਿਤੇ ਘਬਰਾਹਟ, ਡਰ, ਸਹਿਮ ਜਾਂ ਫਿਕਰ ਕਦੇ ਨਾ ਹੋਏ ਹੋਣ। ਇਹ ਅਨਯੂਜੂਅਲ ਹੈ। ਸਾਡੇ ਜਿਹੜਾ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਉਹ ਬੰਦਾ ਨਾਰਮਲ ਹੀ ਨਹੀਂ ਹੈ ਜਿਹਨੂੰ ਕਦੇ ਇਹ ਵਾਲੇ ਮਹਿਸੂਸ ਹੀ ਕਦੇ ਹੀ ਨਾ ਹੋਇਆ ਹੋਵੇ। ਸੋ ਇਹ ਜਦੋਂ ਕਿਸੇ ਨੂੰ ਹੋ ਸਕਦਾ ਹੈ ਕਿ ਥੋੜੇ ਮਾਤਰਾ ਵਿੱਚ ਹੋਏ ਤੇ ਕਿਸੇ ਦੇ ਹੋ ਸਕਦਾ ਹੈ ਕਿ ਇੱਕਦਮ ਧੜਕਣ ਇੰਨੀ ਵੱਧ ਜਾਣੀ, ਪਸੀਨਾ ਆ ਜਾਣਾ, ਕਾਂਬਾ ਛਿੜਨ ਲੱਗ ਜਾਣਾ, ਯਾਨੀ ਐਕਸਟ੍ਰੀਮਸ ਹੋ ਸਕਦੇ ਨੇ। ਤੇ ਇਹਨਾਂ ਵਿੱਚ ਜ਼ਿਆਦਾਤਰ ਇਹ ਹੁੰਦਾ ਕਿ ਇਹੋ ਜਿਹੇ ਜਦੋਂ ਡਰ ਕਿਸੇ ਮੌਕੇ ਤੇ ਲੱਗਦਾ ਹੋਵੇ, ਮਿਸਾਲ ਵਜੋਂ ਇਮਤਿਹਾਨ ਦੇਣ ਚੱਲਿਆ ਤੇ ਬੰਦਾ ਕੰਬ ਸਕਦਾ ਤੇ ਦੂਜੇ ਪਾਸੇ ਕੋਈ ਬੈਠ ਕੇ ਮਜ਼ੇ ਨਾਲ ਅਖਬਾਰ ਪੜ੍ਹ ਕੇ ਜਾ ਸਕਦਾ। ਸੋ ਇਹ ਦੋਨੋਂ ਐਕਸਟ੍ਰੀਮਸ ਹੁੰਦੀਆਂ ਨੇ। ਇਸੇ ਤਰ੍ਹਾਂ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ, ਕਿਸੇ ਨੂੰ ਤੈਰਨ ਤੋਂ ਡਰ ਲੱਗਦਾ, ਸੋ ਕਿਸੇ ਨੂੰ ਮੱਖੀ ਤੋਂ ਜਾਂ ਕਿਸੇ ਨੂੰ ਸੱਪ ਤੋਂ। ਇਸ ਤਰ੍ਹਾਂ ਅਨੇਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਮਨ ਅੰਦਰ ਡਰ ਪੈਦਾ ਕਰ ਸਕਦੀਆਂ ਨੇ। ਹੁਣ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਤੁਸੀਂ ਕੋਈ ਲਾਈਵ ਐਕਸੀਡੈਂਟ ਹੁੰਦਾ ਦੇਖਿਆ, ਤੁਹਾਡੇ ਸਾਹਮਣੇ ਬੰਦੇ ਕੱਟੇ ਵੱਡੇ ਨਿਕਲੇ, ਜਾਂ ਤੁਸੀਂ ਅੱਖੀਂ ਵੇਖਿਆ ਕਤਲ ਕਿਸੇ ਨੇ, ਜਾਂ ਆਪ ਹੀ ਪੌੜੀਆਂ ਤੋਂ ਤਿਲਕ ਕੇ ਹੇਠਾਂ ਆਏ ਤੇ ਬਹੁਤ ਮੇਜਰ ਇੰਜਰੀਜ਼ ਹੋ ਜਾਣ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਈ ਵਾਰ ਇੱਕ ਸਦੀਵੀ ਡਰ ਤੁਹਾਡੇ ਮਨ ਅੰਦਰ ਬਿਠਾ ਦਿੰਦੀਆਂ ਨੇ। ਇੰਜੀ ਬਚਪਨ ਵਿੱਚ ਜੇ ਬਹੁਤ ਜ਼ਿਆਦਾ ਮਾਰ ਕੁਟਾਈ ਹੁੰਦੀ ਰਹੀ ਹੋਵੇ ਤਾਂ ਉਹ ਵੀ ਬੰਦਾ ਜਿਵੇਂ ਸੋਟੀ ਦੇਖ ਕੇ ਹੀ ਉਹਦੇ ਇਸ ਤਰ੍ਹਾਂ ਹੁਣ ਕੰਬਣ ਲੱਗ ਜਾਏਗਾ ਜਿਵੇਂ ਉਹ ਕਈ ਵਾਰ ਮਾਨਸਿਕ ਰੋਗ ਤੱਕ ਉਹਦੇ ਵਿੱਚ ਬਣ ਸਕਦੇ ਨੇ। ਹੁਣ ਜਿਹੜੀ ਇਹ ਅਸੀਮ ਘਬਰਾਹਟ ਕਈ ਵਾਰ ਹੁੰਦੀ ਹੈ ਜਿਹਨੂੰ, ਉਹਦੇ ਵਿੱਚ ਜਿਵੇਂ ਮੈਂ ਦੱਸਿਆ ਧੜਕਣ ਤੇਜ਼ ਹੋ ਸਕਦੀ ਹੈ, ਪਰ ਇੱਕਦਮ ਇੰਝ ਲੱਗਦਾ ਜਿਵੇਂ ਡੂਮਸ ਡੇ, ਵੀ ਬਸ ਮੌਤ ਦਾ ਅਹਿਸਾਸ ਹੋ ਰਿਹਾ, ਦੁਨੀਆ ਹੀ ਖਤਮ ਹੋ ਚੱਲੀ। ਦਿਲ ਡੁੱਬਦਾ ਜਿਹਾ ਮਹਿਸੂਸ ਹੁੰਦਾ, ਟਿਕ ਕੇ ਬੈਠਿਆ ਨਹੀਂ ਜਾਂਦਾ, ਸਾਹ ਤੇਜ਼ ਹੋਣ ਲੱਗ ਜਾਂਦਾ, ਬਹੁਤ ਜ਼ਿਆਦਾ ਪਸੀਨਾ, ਇੱਕਦਮ ਕਮਜ਼ੋਰੀ ਮਹਿਸੂਸ ਹੁੰਦੀ ਹੈ। ਸਭ ਕੁਛ ਇੰਝ ਲੱਗਦਾ ਜਿਵੇਂ ਭੁੱਲ ਹੀ ਗਿਆ, ਕੁਛ ਯਾਦ ਨਹੀਂ ਆ ਰਿਹਾ, ਬੌਂਦਲ ਜਾਣਾ, ਨੀਂਦਰ ਉੱਡ ਪੁੱਡ ਜਾਣੀ, ਪਤਾ ਹੀ ਨਹੀਂ ਲੱਗਣਾ ਮੈਂ ਖੜਾ ਕਿੱਥੇ ਆ, ਪਤਾ ਨਹੀਂ ਕੀ ਹੋ ਗਿਆ। ਇਸੇ ਤਰ੍ਹਾਂ ਨਾਲੋਂ ਨਾਲ ਜਿਵੇਂ ਢਿੱਡ ਅੰਦਰ ਤੁਹਾਡੇ ਗੋਲਾ ਜਿਹਾ ਵੱਟ ਫਿਰ ਰਿਹਾ, ਥਥਲਾਉਣ ਲੱਗ ਸਕਦੇ ਹੋ, ਤੁਰਿਆ ਠੀਕ ਨਾ ਜਾਣਾ। ਇਹਨਾਂ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਨੇ ਡਰ ਜਿਨ੍ਹਾਂ ਦੀ ਅਲੱਗ-ਅਲੱਗ ਲੱਛਣ ਹੋ ਸਕਦੇ ਨੇ ਕਿ ਕਿੰਨੀ ਕੁ ਐਕਸਟ੍ਰੀਮ ਤੱਕ, ਕਿੰਨੀ ਕੁ ਚਰਮ ਸੀਮਾ ਤੱਕ ਤੁਹਾਨੂੰ ਉਸ ਸਮੇਂ ਦਾ ਡਰ ਮਹਿਸੂਸ ਹੋਇਆ। ਮਿਸਾਲ ਵਜੋਂ ਪਹਾੜ ਦੀ ਚੋਟੀ 'ਚ ਤੁਸੀਂ ਖੜੇ ਹੋ, ਪੈਰ ਤਿਲਕ ਗਿਆ ਤੇ ਥੱਲੇ ਤੁਹਾਨੂੰ ਦਿਸਦਾ ਵੀ ਇਹ ਖੱਡ ਇੰਨੀ ਡੂੰਘੀ ਹੈ ਵੀ ਉਹਦਾ ਸਿਰਾ ਹੀ ਨਹੀਂ ਦਿਸ ਰਿਹਾ। ਸੋ ਉਸ ਵੇਲੇ ਦੀ ਜਿਹੜਾ ਤੁਹਾਡੀ ਧੜਕਣ ਇੱਕਦਮ ਰੁਕੀ ਜਾਂਦੀ ਹੈ, ਲੈ ਬਈ ਬਿਲਕੁਲ ਮੌਤ ਦੇ ਮੂੰਹ 'ਚੋਂ ਹੀ ਬਚ ਕੇ ਆਇਆ। ਤੇ ਉਹ ਕਈ ਵਾਰ ਤੁਹਾਨੂੰ ਸਹਿਜ ਹੁੰਦੇ ਹੁੰਦੇ 2 ਦਿਨ ਲੱਗ ਜਾਂਦੇ, ਰਾਤ ਨੂੰ ਵੀ ਤਰਬਕ ਕੇ ਉੱਠਦੇ ਹੋ ਵੀ ਮੈਂ ਫੇਰ ਤਾਂ ਨਹੀਂ ਫਿਸਲ ਗਿਆ। ਸੋ ਇੰਜ ਦੀਆਂ ਕਈ ਸਿਚੁਏਸ਼ਨਸ ਨੇ ਜਿੱਥੇ ਤੁਹਾਨੂੰ ਇਹ ਚੀਜ਼ਾਂ ਡਰ ਮਹਿਸੂਸ ਹੋਣ ਲੱਗ ਜਾਂਦਾ ਹੈ। ਫਿਰ ਜਿਨ੍ਹਾਂ ਵਿੱਚ ਸਭ ਤੋਂ ਇੱਕ ਵੱਖਰੀ ਕਿਸਮ ਦਾ ਡਰ ਹੈ ਐਗਰੋਫੋਬੀਆ। ਉਹ ਹੁਣ ਇੱਕ ਥਾਂ 'ਚ ਜਦੋਂ ਤੁਸੀਂ ਇਕੱਠ ਦੇ ਵਿੱਚ ਤੁਸੀਂ ਖੜੇ ਹੁੰਦੇ ਹੋ, ਤੁਹਾਨੂੰ ਲੱਗਦਾ ਵੀ ਮੈਂ ਬੰਦ ਹੋ ਗਿਆ, ਮੇਰਾ ਸਾਹ ਘੁੱਟਣ ਲੱਗ ਗਿਆ, ਭੀੜ ਦੇ ਵਿੱਚੋਂ ਪਰੇ ਹੋ ਜਾ, ਤੇ ਉਹ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਅਸੀਂ ਤਾਂ ਕਿਸੇ ਬਿਮਾਰੀ ਤੋਂ ਗ੍ਰਸਤ ਆ। ਉਹ ਇੰਝ ਹੀ ਲੱਗਦਾ ਵੀ ਬਸ ਅਸੀਂ
ਭੀੜ ਤੋਂ ਪਰੇ ਹੋ ਜਾਈਏ, ਨਿਕਲ ਜਾਈਏ। ਜਿਵੇਂ ਲਿਫਟ ਵਿੱਚ ਕਈ ਵਾਰ ਚੜਨ ਲੱਗਿਆ ਇੰਝ ਲੱਗਦਾ ਵੀ ਬਸ ਸਾਹ ਹੀ ਬੰਦ ਹੋ ਗਿਆ, ਬਿਲਕੁਲ ਘੁੱਟ ਗਿਆ ਸਾਹ, ਇਸ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਜਾਂਦਾ। ਜੀ ਹੁਣ ਇੱਕ ਹੁੰਦਾ ਜੇ ਜਿਹਦੇ ਵਿੱਚ ਕੁਝ ਤਰ੍ਹਾਂ ਦੇ ਸਰੀਰਕ ਰੋਗ ਨੇ, ਯਾਨੀ ਥੋੜੀ ਜੀ ਬਿਮਾਰੀ ਹੋਏ, ਮਿਸਾਲ ਵਜੋਂ ਕੋਵਿਡ ਨਾਲ ਹਲਕੀ ਜਿਹੀ ਨੀਚੀ ਆਈ ਸੀ ਤੇ ਬਹੁਤ ਬੇਅੰਤ ਲੱਖਾਂ ਦੀ ਗਿਣਤੀ ਚ ਕੇਸ ਦੁਨੀਆ ਭਰ ਚ ਦਿਸੇ, ਜਿਨ੍ਹਾਂ ਨੂੰ ਮੌਤ ਦਾ ਭੈ ਇੰਨਾ ਜ਼ਬਰਦਸਤ ਉਜਾਗਰ ਹੋਇਆ ਕਿ ਕੋਵਿਡ ਮਤਲਬ ਮਰ ਗਏ, ਤੇ ਭੈ ਦੇ ਨਾਲ ਮੌਤਾਂ ਜ਼ਿਆਦਾ ਹੋ ਗਈਆਂ ਉਹਨਾਂ ਕੋਵਿਡ ਦਾ ਅਟੈਕ ਨਹੀਂ ਸੀ। ਬਿਲਕੁਲ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸੱਪ ਮਿੱਟੀ ਖਾਣੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਉਹ ਡਰ ਜਿਹੜਾ ਹੈ ਉਸੇ ਤਰ੍ਹਾਂ ਇੱਕ ਹੁੰਦਾ ਜੇ ਡਰ ਦਾ ਰੋਗ ਜਿਹੜਾ ਬਣਦਾ ਪਹਿਲਾ ਸਟੇਜ, ਉਹਦੇ ਚ ਮਾਨਸਿਕ ਰੋਗ ਚ ਹੁੰਦਾ ਕੀ ਹੈ ਵੀ ਜਿਵੇਂ ਗੈਸ ਹੀ ਬਾਲਣੀ ਹੈ ਤਾਂ ਉਹ ਅਹਿਸਾਸ ਉਹਦੇ ਨਾਲ ਵੀ ਕੰਬਣ ਲੱਗ ਜਾਂਦਾ ਬੰਦੇ ਦਾ ਹੱਥ। ਫਿਰ ਤੁਸੀਂ ਕਾਰ ਪਾਰਕ ਕਰਨ ਲੱਗਿਆ ਹੱਥ ਕੰਬਣ ਲੱਗ ਜਾਣੇ, ਪੌੜੀਆਂ ਵੇਖ ਕੇ ਬੇਹੋਸ਼ ਹੋ ਜਾਣਾ, ਆਵਾਜਾਈ ਤੋਂ ਬੇਹੋਸ਼ ਹੋ ਜਾਣਾ, ਹਾਂਜੀ ਸਕਦੇ ਇਹੋ ਜਿਹੀਆਂ ਕਈ ਚੀਜ਼ਾਂ ਦੀ, ਜਿਵੇਂ ਕੋਈ ਖੜਾ ਆਪਣੇ ਬਾਲਕਨੀ ਚ, ਤੁਸੀਂ ਚੀਕਣ ਲੱਗ ਜਾਓ ਵੀ ਉਹ ਡਿੱਗੇਗਾ, ਜ਼ਰੂਰ ਡਿੱਗੇਗਾ, ਡਿੱਗ ਚੱਲਿਆ, ਉਹ ਇਹ ਵੱਖਰੀ ਕਿਸਮ ਦਾ ਇੱਕ ਰੋਗ ਸ਼ੁਰੂ ਹੋ ਜਾਂਦਾ ਜੀ। ਹੁਣ ਪੈਨਿਕ ਅਟੈਕਸ ਹੁੰਦੇ ਨੇ ਜਿਨ੍ਹਾਂ ਵਿੱਚ ਕੀ ਹੁੰਦਾ, ਸਕਿੰਟਾਂ ਜਾਂ ਮਿੰਟਾਂ ਚ ਹੀ ਇੱਕ ਨਾਰਮਲ ਖੜਾ ਬੰਦਾ ਯਕਦਮ ਉਹਨੂੰ ਘਬਰਾਹਟ, ਤਰੇਲੀਆਂ, ਜਦ ਕਿ ਆਸ-ਪਾਸ ਕੁਛ ਹੋਇਆ ਹੀ ਨਹੀਂ ਹੁੰਦਾ, ਉਹਨੂੰ ਆਪ ਹੀ ਲੱਗਦਾ ਮੇਰਾ ਇੱਕਦਮ ਬੋਲ ਬਹਿ ਗਿਆ, ਮੇਰਾ ਦਿਲ ਤੇਜ਼ ਧੜਕ ਰਿਹਾ, ਸਾਹ ਰੁਕ ਗਿਆ, ਘੁਮੇਰ ਆ ਰਹੀ ਹੈ। ਇਹ ਸਾਰਾ ਕੁਛ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਉਹਨੂੰ ਲੱਗਦਾ ਵੀ ਮੈਂ ਬਸ ਮੌਤ ਦੇ ਮੂੰਹ ਚੋਂ ਹੀ ਬਚ ਕੇ ਆਇਆ ਜੀ। ਕਈ ਕੇਸਿਸ ਵਿੱਚ ਕੀ ਹੁੰਦਾ ਜੀ, ਕੋਈ ਵਕਤੀ ਜਿਵੇਂ ਗੁੰਗਾ ਹੀ ਹੋ ਜਾਂਦਾ, ਉਸ ਤਰ੍ਹਾਂ ਦੀ ਚੀਜ਼ ਹੁੰਦੀ ਹੈ। ਆਮ ਤੌਰ ਤੇ ਬੱਚਿਆਂ ਚ ਵੇਖਣ ਨੂੰ ਮਿਲਦਾ, ਜਿੱਥੇ ਘਰ ਤਾਂ ਮਾਪਿਆਂ ਦਾ ਸਿਰ ਖਾ ਜਾਂਦੇ, ਚੁੱਪ ਹੀ ਨਹੀਂ ਹੁੰਦੇ, ਤੇ ਜਦੋਂ ਉਹ ਸਵਾਲ ਪੁੱਛਣ ਦਬਾ ਦਬ ਜਵਾਬ ਦੇ ਦਿੰਦੇ ਨੇ, ਪਰ ਉਹੀ ਸਵਾਲ ਜਦੋਂ ਸਕੂਲ ਚ ਪੁੱਛੇ ਜਾਣ ਤੇ ਬੱਚਾ ਬਿਲਕੁਲ ਚੁੱਪ ਹੀ ਹੋ ਜਾਂਦਾ, ਬੋਲਦਾ ਹੀ ਨਹੀਂ ਜੀ। ਸੋ ਇਹਨੂੰ ਅਸੀਂ ਡਰ ਦਾ ਅਸੀਮ ਸੀਮਾ, ਵੀ ਵਕਤੀ ਗੁੰਗਾ ਹੀ ਹੋ ਜਾਣਾ, ਆਵਾਜ਼ ਹੀ ਨਹੀਂ ਨਿਕਲਦੀ, ਬੱਚਾ ਆ ਕੇ ਵੀ ਦੱਸਦਾ ਮੈਂ ਪੂਰਾ ਜ਼ੋਰ ਲਾ ਰਿਹਾ ਸਾਂ, ਆਵਾਜ਼ ਹੀ ਨਹੀਂ ਨਿਕਲੀ ਜੀ। ਫਿਰ ਇੱਕ ਵੱਖਰੀ ਕਿਸਮ ਦਾ ਹੁੰਦਾ ਜੇ ਕਿ ਕਿਸੇ ਦੇ ਖੁੱਸ ਜਾਣ ਦਾ ਡਰ, ਯਾਨੀ ਬੱਚਿਆਂ ਵਿੱਚ ਆਮ ਤੌਰ ਤੇ ਕੀ ਹੁੰਦਾ, ਉਹਨਾਂ ਨੂੰ ਸੁਪਨੇ ਆਉਣ ਲੱਗ ਜਾਂਦੇ ਨੇ ਕਿ ਮੇਰਾ ਮਾਂ ਪਿਓ ਮਰ ਚੱਲੇ ਨੇ ਜਾਂ ਮਰ ਗਏ ਨੇ, ਮੈਂ ਇਕੱਲਾ ਰਹਿ ਗਿਆ। ਸੋ ਉਹ ਇੰਨੀ ਘਬਰਾਹਟ ਉਹਨਾਂ ਦੇ ਮਨ ਚ ਪੈਦਾ ਕਰ ਦਿੰਦਾ ਕਿ ਉਹ ਰਾਤ ਉੱਠ ਕੇ ਮਾਪਿਆਂ ਨੂੰ ਟੋਹਦੇ ਨੇ ਤੇ ਤਰਬਕ ਕੇ ਉੱਠ ਜਾਂਦੇ ਨੇ, ਰਾਤ ਭਰ ਸੌਂਦੇ ਨਹੀਂ। ਇਹਨਾਂ ਨੂੰ ਮਾਨਸਿਕ ਰੋਗ ਵੀ ਬਣ ਜਾਂਦਾ ਜੇ ਵੇਲੇ ਸਿਰ ਦਾ ਇਲਾਜ ਨਾ ਹੋਵੇ ਜੀ। ਹੁਣ ਇੱਕ ਹੋਰ ਕਿਸਮ ਦਾ ਜੋ ਇਸ ਵੇਲੇ ਰੀਸੈਂਟ ਕੁਝ ਸਾਲਾਂ ਤੋਂ ਉਜਾਗਰ ਹੋਇਆ, ਉਹ ਕੁਛ ਵੱਖਰੀ ਕਿਸਮ ਦਾ ਜੇ, ਜਿਹਨੂੰ ਸੋਸ਼ਲ ਫੋਬੀਆ ਕਹਿੰਦੇ ਆ ਜੀ। ਪਤਾ ਨਹੀਂ ਤੁਹਾਡੇ ਕੋਲ ਕੋਈ ਏਦਾਂ ਦੇ ਕੇਸ ਆਏ ਨੇ ਜਾਂ ਨਹੀਂ। ਇਹ ਬਿਮਾਰੀ ਇਸ ਵੇਲੇ ਇੰਨੀ ਕੁ ਤਗੜੀ ਹੈ ਕਿ ਲੋਕ ਰਾਤ ਨੂੰ ਸੌਣਾ ਬੰਦ ਹੋ ਗਏ, ਉਹਨਾਂ ਨੂੰ ਹਾਰਟ ਦੀ ਐਕਚੁਅਲ ਪ੍ਰੋਬਲਮ ਸ਼ੁਰੂ ਹੋ ਗਈ ਸਿਰਫ ਇਹ ਦੇਖਦੇ ਆ ਕਿ ਮੈਂ ਰਾਤ ਪੋਸਟ ਪਾਈ ਸੀ, ਮੈਂ ਅਗਲੇ ਦਿਨ ਦੇਖਣਾ ਕਿੰਨੇ ਮੈਨੂੰ ਥੰਬਸ ਅਪ ਮਿਲੇ, ਕਿੰਨੇ ਥੰਬਸ ਡਾਊਨ। ਉਹਦੀ ਲੱਗ ਜਾਂਦੇ ਜੀ ਮੇਰੇ ਵਰਗੇ ਤਾਂ, ਕਿ ਨਾਲ ਦੀ ਨਾਲ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੱਚੇ ਨਹੀਂ ਛੋਟੇ, ਆਪਾਂ ਖੁੱਡਾ ਜਿਹੜਾ ਕੁਕੜੀਆਂ ਵਾਲਾ ਵੀ, ਕੁਕੜੀ ਨੇ ਅੰਡਾ ਦਿੱਤਾ ਕਿ ਨਹੀਂ ਦਿੱਤਾ, ਵਾਰੀ ਖੋਲ ਕੇ ਦੇਖਣ ਲੱਗ ਪੈਂਦੇ ਆ। ਬਿਲਕੁਲ, ਐਂਡ ਇੰਨੀ ਕੁ ਘਬਰਾਹਟ ਹੋ ਜਾਂਦੀ ਹੈ ਕਿ ਹੌਲੀ ਓਵਰ ਅ ਪੀਰੀਅਡ ਆਫ ਮੰਥਸ ਜਾਂ ਈਅਰਸ ਰਾਤ ਭਰ ਜਾਗ ਕੇ ਵੀ ਕੀ ਰਿਐਕਸ਼ਨ ਹੋਇਆ ਉਹ ਫੇਸਬੁੱਕ ਚੈੱਕ ਕਰਦੇ ਰਹਿਣਾ, ਫਿਰ ਪੋਸਟ ਹੇਠਲੇ ਕਮੈਂਟਸ ਦਾ ਉਹਨਾਂ ਨਾਲ ਇੱਕਦਮ ਗੁੱਸਾ ਆ ਜਾਣਾ, ਜਾਂ ਇੱਕਦਮ ਉਹਨੂੰ ਮਤਲਬ ਬੁਰੀ ਤਰ੍ਹਾਂ ਕਿਸੇ ਦੇ ਵਿਰੁੱਧ ਇਸ ਹਾਲ ਤੱਕ ਚਲੇ ਜਾਣਾ ਵੀ ਦਿਸੇ ਸਹੀ ਕਚੀਚੀਆਂ ਵੱਟਣ ਲੱਗ ਜਾਣਾ, ਜਾਂ ਮਾੜੀ ਜਿਹੜੀ ਦੇਖ ਕੇ ਕੋਈ ਟਿੱਪਣੀ, ਧੜਕਣ ਤੁਹਾਡੀ ਇਰੈਗੂਲਰ ਤੱਕ ਹੋ ਜਾਣੀ ਬਹੁਤ ਜ਼ਿਆਦਾ। ਸੋ ਇਹ ਇੰਨਾ ਜ਼ਿਆਦਾ ਹੁੰਦਾ ਜੇ ਕਿ ਕਈਆਂ ਦੇ ਸਿਰ ਘੁੰਮਦਾ ਮਹਿਸੂਸ ਹੋਣ ਲੱਗ ਜਾਂਦਾ, ਸਿਰ ਥੱਕਿਆ ਮਹਿਸੂਸ ਹੁੰਦਾ, ਅੱਖਾਂ ਥੱਕੀਆਂ, ਸਾਰਾ ਸਰੀਰ ਹੀ ਥੱਕਿਆ ਜਿਹਾ। ਤੇ ਹੌਲੀ ਇਹ ਕੇਸ ਦੇਖਣ ਚ ਆਏ ਨੇ ਕਿ ਢਹਿੰਦੀ ਕਲਾ ਵੱਲ ਚਲੇ ਜਾਂਦੇ ਨੇ, ਜਿਹਦੀ ਟ੍ਰੀਟਮੈਂਟ ਦੱਸੀ ਗਈ ਹੈ ਕਿ ਪੂਰਾ ਜੀ ਤੁਸੀਂ ਦੇਖਦੇ ਹੋਗੇ ਕਈ ਟੌਪ ਮੋਸਟ ਹੀਰੋਇਨਸ ਜਾਂ ਹੀਰੋ ਜੋ ਕਿ ਵਿਕਸਿਤ ਮੁਲਕਾਂ ਵਿੱਚ ਤੁਸੀਂ ਦੇਖਿਆ ਹੋਏਗਾ, ਉਹਨਾਂ ਦੀਆਂ ਅਖਬਾਰਾਂ 'ਚ ਵੀ ਖਬਰਾਂ ਛਪਦੀਆਂ ਕਿ ਮੈਂ ਜੀ 15 ਦਿਨ ਲਈ ਆਫ ਸਾਰਾ ਕੁਛ ਕਰ ਦਿੱਤਾ ਸੀ, ਨਾ ਮੈਂ ਟਵਿੱਟਰ ਤੇ ਸੀ ਨਾ ਫੇਸਬੁੱਕ ਤੇ ਸੀ।
ਉਹ ਟ੍ਰੀਟਮੈਂਟ ਦੇ ਵਿੱਚ ਸਾਨੂੰ ਦੱਸਣਾ ਪੈਂਦਾ ਵੀ ਭਾਈ ਤੁਸੀਂ ਇੰਨੀ ਕੁ ਡਿਪਰੈਸ਼ਨ ਵਿੱਚ ਜਾ ਚੁੱਕੇ ਹੋ ਕਿ ਤੁਸੀਂ ਖੁਦਕੁਸ਼ੀ ਕਰ ਸਕਦੇ ਹੋ। ਬਹੁਤ ਸਾਰੇ ਸਾਡੇ ਜਿਹੜੇ ਟੌਪ ਮੋਸਟ ਹੀਰੋ ਹੀਰੋਇਨਸ ਜਾਂ ਕਹਿੰਦੇ ਆ ਅਸੀਂ ਜਿਨ੍ਹਾਂ ਨੂੰ ਕਿ ਇੰਨੇ ਤਗੜੇ ਬਿਜ਼ਨਸਮੈਨ ਕਿਉਂ ਕਰ ਗਏ, ਉਹ ਕਾਰਨ ਇਹੀ ਕਿ ਜਿਹੜਾ ਅਸੀਮ ਡਰ ਉਹਨਾਂ ਦੇ ਮਨ 'ਚ ਕਿ ਮੇਰੇ ਕੋਈ ਖਿਲਾਫ ਇੱਕ ਵੀ ਟਿੱਪਣੀ ਆ ਨਾ ਜਾਵੇ ਜਾਂ ਮੇਰੀ ਢਾਹ ਨਾ ਲੱਗ ਜਾਵੇ ਮੇਰੀ ਇਮੇਜ ਨੂੰ, ਮੇਰੀ ਈਗੋ, ਕਿ ਇਹ ਲੋਕ ਸਾਇਲੈਂਟਲੀ ਬਿਨਾਂ ਕਿਸੇ ਨੂੰ ਯਾਨੀ ਕੋਈ ਕਿਸੇ ਨੂੰ ਪਰਵਾਹ ਹੈ ਕਿ ਨਹੀਂ, ਪਰ ਉਹ ਆਪ ਖੁਦਕੁਸ਼ੀ ਕਰ ਜਾਂਦੇ ਨੇ, ਜੋ ਕਾਫੀ ਹਾਈ ਲੈਵਲ ਦੇ ਬੰਦੇ ਅਸੀਂ ਦੇਖ ਚੁੱਕੇ ਹਾਂ ਜੀ। ਹੁਣ ਕਈਆਂ ਨੂੰ ਹਨੇਰੇ ਤੋਂ ਜਾਂ ਸ਼ਾਮ ਪੈਣ ਤੋਂ ਵੀ ਡਰ ਮਹਿਸੂਸ ਹੋਣ ਲੱਗ ਜਾਂਦਾ। ਉਹਦੇ 'ਚ ਕੁਛ ਅਜੀਬ ਕਿਸਮ ਦੀ ਘਬਰਾਹਟ ਹੁੰਦੀ ਹੈ ਕਿ ਜਿਵੇਂ ਜਿਵੇਂ ਸ਼ਾਮ ਢਲਦੀ ਹੈ, ਸੂਰਜ ਹੇਠਾਂ ਹੁੰਦਾ, ਉਹ ਸਹਿਮ ਐਸਾ ਹੁੰਦਾ, ਮਨ ਅੰਦਰ ਡਿਪਰੈਸਿਵ ਜਿਹਾ ਤੁਹਾਨੂੰ ਫੀਲਿੰਗ ਆਉਂਦੀ ਹੈ ਤੇ ਉਹ ਅੰਦਰ ਕਿਸੇ ਨਾ ਕਿਸੇ ਥਾਂ ਤੇ ਤੁਹਾਨੂੰ ਮੌਤ ਦੇ ਢਹਿ ਵੱਲ ਹੌਲੀ ਹੌਲੀ ਲੈ ਜਾਂਦਾ। ਜੀ ਜੀ। ਇਹਦੇ ਨਾਲ ਕਈਆਂ ਨੂੰ ਕੀ ਉਸ ਸਮੇਂ ਹੁੰਦਾ ਵੀ ਉਹਨਾਂ ਨੂੰ ਅੰਦਰ ਸਬਕੌਂਸ਼ੀਅਸ ਮਾਈਂਡ ਇੱਕ ਘਬਰਾਹਟ ਦੇ ਰਿਹਾ ਹੁੰਦਾ ਤੇ ਕਈ ਜਣੇ ਉਸ ਵੇਲੇ ਵੀ ਮੈਂ 1-2 ਪੈਗ ਡਰਿੰਕ ਦੇ ਲੈ ਲੈਣਾ ਤੇ ਮੈਂ ਨਾਰਮਲਾਈਜ਼ ਕਰ ਸਕਦਾ ਆਪਣੇ ਆਪ ਨੂੰ, ਜੀ। ਇਹ ਨਾਰਮਲ ਰੂਟੀਨ ਵੱਲ ਤੁਰ ਜਾਂਦੇ ਨੇ। ਬਟ ਇਹਦੇ 'ਚ ਵੀ ਓਵਰ ਅ ਪੀਰੀਅਡ ਆਫ ਟਾਈਮ ਤੁਸੀਂ ਜੋ ਦੇਖਣ ਵਿੱਚ ਕੇਸ ਆਏ ਨੇ ਕਿ ਇਹ ਡਿਪਰੈਸ਼ਨ ਦੇ ਹੌਲੀ ਹੌਲੀ ਸ਼ਿਕਾਰ ਹੋ ਜਾਣਗੇ ਜਾਂ ਫਿਰ ਜੋ ਲੱਛਣ ਦਿਸਦੇ ਨੇ, ਵਾਲ ਝੜਨ ਲੱਗ ਜਾਣੇ, ਵਾਲ ਚਿੱਟੇ ਹੋਣ ਲੱਗ ਜਾਣੇ, ਚਿੰਤਾ ਰਹਿਣ ਲੱਗ ਜਾਣੀ, ਨੀਂਦਰ ਪੂਰੀ ਨਾ ਆਉਣੀ, ਥਕਾਵਟ ਹੋਣੀ, ਜੋੜਾਂ ਦੇ ਦਰਦ ਹੋਣ ਲੱਗ ਜਾਣੇ, ਸਿਰ ਪੀੜ ਰਹਿਣੀ, ਇਹ ਕਾਫੀ ਆਮ ਇਹ ਚੀਜ਼ਾਂ ਦਿਸਣ ਲੱਗ ਜਾਂਦੀਆਂ ਨੇ ਜੋ ਕਿ ਤੁਹਾਡੀ ਡਰ ਦੀ ਹੀ ਇੱਕ ਚੀਜ਼ ਚਰਮ ਸੀਮਾ ਵੱਲ ਜਾਣ ਤੋਂ ਰਾਹ ਦੇ ਵਿਚਲੇ ਜਿਹੜੇ ਲੱਛਣ ਜਿਹੜੇ ਅਸੀਂ ਡਾਇਗਨੋਜ਼ ਹੀ ਨਹੀਂ ਕਰ ਸਕਦੇ ਕਿ ਸਾਨੂੰ ਹੋ ਕੀ ਰਿਹਾ ਜੀ। ਹੁਣ ਇਹ ਇੱਕ ਕੀ ਹੁੰਦਾ ਹੋਰ ਕਿਸਮ ਦਾ ਜਿਹੜਾ ਅਸੀਮ ਡਰ ਹੁੰਦਾ ਜਿਹਦੇ ਵਿੱਚ ਚੀਜ਼ ਹੋਈ ਹੋਵੇ ਨਾ ਹੋਈ ਹੋਵੇ ਵੈਸੇ ਹੀ ਸਾਰਾ ਦਿਨ ਕਰੀ ਜਾਣਾ, ਮੈਨੂੰ ਕਿਤੇ ਦੇਖਿਓ ਕੈਂਸਰ ਨਾ ਹੋ ਜਾਏ, ਮੈਨੂੰ ਜੇ ਅਧਰੰਗ ਹੋ ਗਿਆ, ਜੇ ਮੈਨੂੰ ਕੋਈ ਵਾਇਰਸ ਚਿੰਬੜ ਗਈ, ਯਾਨੀ ਉਹ ਜੇ ਜਿਹੜੀ ਐਸੀ ਚੀਜ਼ ਹੈ ਕਿ ਬੰਦੇ ਨੂੰ ਰੋਗੀ ਹੀ ਬਣਾ ਦਿੰਦੀ ਹੈ, ਬੇਹਿਸਾਬੀ ਘਬਰਾਹਟ ਹੋ ਜਾਂਦੀ ਹੈ, ਢਹਿ ਢੇਰੀ ਆਉਣਾ ਸ਼ੁਰੂ ਹੋ ਜਾਂਦਾ ਹੈ। ਮੈਂ ਕੇਸ 2 ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ ਜਿਹੜੇ ਕੋਵਿਡ ਤੁਸੀਂ ਦੇਖ ਲਓ ਕਦੋਂ ਤੋਂ ਹੈ। ਉਸ ਬੀਬੀ ਨੇ ਮੈਨੂੰ ਜੋ ਫੋਨ ਕੀਤਾ ਇੱਕ ਵਾਰ ਨਹੀਂ ਕਈ ਵਾਰ ਕਿ ਮੈਂ ਅੱਜ ਹੁਣ 1.5 ਸਾਲ ਹੋ ਗਿਆ, ਮੈਂ ਤੇ ਮੇਰਾ ਕਿਉਂਕਿ ਉਹਦੇ ਪਤੀ ਦੀ ਮੌਤ ਹੋ ਗਈ ਸੀ ਕਿ ਮੈਂ ਤੇ ਮੇਰਾ ਬੱਚਾ ਜੋ ਕਿ ਸਿਰਫ ਅਜੇ 3 ਸਾਲ ਦਾ ਹੈ, ਪਿਛਲੇ 1.5 ਸਾਲ ਤੋਂ ਇੱਕ ਵੀ ਵਾਰ ਕਦਮ ਘਰ ਤੋਂ ਬਾਹਰ ਨਹੀਂ ਰੱਖਿਆ। ਅਸੀਂ ਕਿਰਾਏ ਦੇ ਘਰ ਤੇ ਆ ਤੇ ਉੱਪਰ ਰਹਿੰਦੇ ਆ ਕੋਠੇ ਤੇ ਉੱਪਰੋਂ ਹੀ ਟੋਕਰੀ ਥੱਲੇ ਰੱਖ ਕੇ ਤੇ ਉਹ ਭੇਜ ਦਿੰਨੇ ਆ ਰੱਸੀ ਨਾਲ ਬੰਨ ਕੇ, ਤੇ ਉਹਨੂੰ ਵੀ ਸਬਜ਼ੀਆਂ ਨੂੰ ਅਸੀਂ 10-10 ਵਾਰ ਧੋਨੇ ਆ, ਫਿਰ ਧੁੱਪੇ ਪਾਉਂਦੇ ਆ, ਪਰ ਘਰ ਤੋਂ ਬਾਹਰ 1.5 ਸਾਲ ਦਾ ਅਸੀਂ ਕਦਮ ਨਹੀਂ ਰੱਖਿਆ। ਘਰ ਦੇ ਅੰਦਰ ਵੀ ਲਗਾਤਾਰ ਮਾਸਕ ਰੱਖ ਰਹੇ ਆ। ਇਹੋ ਜਿਹੇ ਜਦੋਂ ਕੇਸਿਸ ਸੁਣਦੇ ਆ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਰਿਸਕ ਦੇ ਹੁੰਦੇ ਨੇ ਕਿ ਆਪ ਤਾਂ ਮਾਂ ਨੇ ਨੈਚੁਰਲੀ ਉਹਨਾਂ ਨੇ ਬੜਾ ਦੁਖਦ ਪਲ ਲੰਘਿਆ ਕਿ ਪਤੀ ਨਹੀਂ ਰਹੇ ਕੋਵਿਡ ਦੌਰਾਨ, ਪਰ ਉਹ ਜਿਹੜਾ ਮਨ ਅੰਦਰ ਅਸੀਮ ਡਰ ਹੈ ਉਹ ਬੱਚੇ ਨੂੰ ਵੀ ਰੋਗੀ ਕਰ ਦੇਗਾ ਤੇ ਆਪ ਵੀ ਡਿਪਰੈਸ਼ਨ ਦੇ ਸ਼ਿਕਾਰ ਹੋ ਕੇ ਇਹ ਰਿਸਕ ਹੁੰਦਾ ਜੇ ਕੇਸਿਸ ਵਿੱਚ ਕਿ ਜਾਂ ਤਾਂ ਮੈਂਟਲ ਡਿਫੈਕਟ ਕੋਈ ਡਿਜ਼ੀਜ਼ ਬਣ ਜਾਏਗੀ ਜਾਂ ਖੁਦਕੁਸ਼ੀ ਕਰਨ ਵੱਲ ਨੂੰ ਜਾ ਸਕਦੇ ਨੇ। ਹੁਣ ਕੁਝ ਲੋਕਾਂ ਨੂੰ ਇੱਕ ਖਾਸ ਕਿਸਮ ਦਾ ਮੱਕੜੀ ਤੋਂ ਡਰ ਹੁੰਦਾ ਜੇ ਜੋ ਕਿ ਕਿਰਲੀ ਤੋਂ ਬਹੁਤ ਡਰਦੇ ਆ ਜੀ ਲੋਕ। ਉਹ ਸਾਡੇ ਜੀ ਇਹ ਜਿਹੜਾ ਮੱਕੜੀ ਦਾ ਡਰ ਹੁੰਦਾ ਇਹ ਵਿਕਸਿਤ ਮੁਲਕਾਂ ਵਿੱਚ ਵੇਖਣ ਨੂੰ ਆਇਆ ਕਿਉਂਕਿ ਉਹ ਲੋਕ ਬਹੁਤ ਬਾਹਰ ਜਾਂਦੇ ਨੇ ਤੇ ਉੱਥੇ ਟੈਰਨਟੁਲਾ ਵਰਗੀਆਂ ਇਹੋ ਜਿਹੀਆਂ ਜ਼ਹਿਰੀਲੀਆਂ ਮੱਕੜੀਆਂ ਨੇ ਜਿਹੜੀਆਂ ਸਾਡੇ ਇੱਥੇ ਨਹੀਂ ਲੱਭਦੀਆਂ ਆਮ। ਸੋ ਇਹ ਮੱਕੜੀ ਦਾ ਡਰ ਆਮ ਤੌਰ ਤੇ ਵਿਕਸਿਤ ਮੁਲਕਾਂ 'ਚ ਹੈ ਤੇ ਇੱਥੇ ਸਾਡੇ ਜੋ ਆਮ ਡਰ ਹੈ ਉਹ ਕਾਕਰੋਚ ਤੇ ਕਿਰਲੀਆਂ ਤੋਂ, ਇੱਥੋਂ ਤੱਕ ਕਿ ਕਈ ਡੱਡੂ ਤੋਂ ਵੀ ਇਹ ਚੀਜ਼ਾਂ ਅਸੀਮ ਡਰ ਦੇ ਵਿੱਚ ਤਬਦੀਲ ਹੋ ਸਕਦੀਆਂ ਕਿ ਚੀਕਾਂ ਮਾਰ ਮਾਰ ਕੇ ਬੰਦੇ ਦੀ ਇੱਕਦਮ ਡਿੱਗ ਹੀ ਜਾਣਾ, ਸੱਟ ਵੱਜ ਜਾਣੀ, ਲਹੂ ਤੱਕ ਵਗ ਜਾਣਾ ਜੀ। ਸੋ ਇੰਜ ਇਹਨਾਂ ਸਾਰਿਆਂ ਲੱਛਣਾਂ ਵਿੱਚ ਕੁਝ ਆਮ ਸਵਾਲ ਉੱਠਦੇ ਨੇ ਕਿ ਫਿਰ ਅਸੀਂ ਡਾਕਟਰ ਕੋਲ ਕਦੋਂ ਜਾਈਏ ਜੀ।
ਦੇਖੋ ਪਹਿਲੀ ਚੀਜ਼ ਤਾਂ ਇਹ ਸਮਝਣ ਦੀ ਗੱਲ ਹੈ ਕਿ ਸਾਨੂੰ ਅੰਦਰ ਕਿਤੇ ਮਨ ਅੰਦਰ ਭਾਵੇਂ ਮਹਿਸੂਸ ਨਾ ਹੋ ਰਿਹਾ ਹੋਏ, ਪਰ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਇਹ ਡਰ ਕਿਤੇ ਆ ਕੇ ਅੜ ਗਿਆ ਕਿ ਜਦੋਂ ਘਬਰਾਹਟ ਤੁਹਾਨੂੰ ਆਮ ਰੋਜ਼ਮਰਾ ਕੰਮਾਂ ਵਿੱਚ ਜੋ ਕਰ ਰਹੇ ਹੋ ਕੰਮ ਕਾਰ ਚ, ਉਦੋਂ ਵੀ ਤੁਹਾਨੂੰ ਕਦੇ ਕਦੇ ਵਿੱਚ ਲੱਗੇ ਵੀ ਆਰਾਮ ਨਾਲ ਹੀ ਬੈਠਿਆ ਸੀ, ਧੜਕਣ ਇੱਕਦਮ ਤੇਜ਼ ਹੋ ਗਈ, ਇੱਕਦਮ ਪਸੀਨਾ ਜਿਹਾ ਆ ਗਿਆ, ਤਾਂ ਮਤਲਬ ਹੈ ਤੁਹਾਡੇ ਰੋਜ਼ ਦੇ ਕੰਮਕਾਰ ਚ ਅੜਚਨ ਬਣ ਰਹੀ ਹੈ। ਜੀ ਸੋ ਉਦੋਂ ਜ਼ਰੂਰ ਡਾਕਟਰ ਕੋਲ ਜਾਓ। ਇਸੇ ਤਰ੍ਹਾਂ ਜਦੋਂ ਤੁਹਾਨੂੰ ਦਿਲ ਫੜਫੜਾਉਂਦਾ ਜਿਹਾ ਹੋਏ, ਮਹਿਸੂਸ ਹੋਣ ਲੱਗ ਜਾਵੇ, ਹੱਥ ਕੰਬਣ ਲੱਗ ਜਾਣ ਤੇ ਕਈ ਵਾਰ ਦਿਨ ਚ ਹੋ ਜਾਣ ਜਾਂ ਹਫਤੇ ਵਿੱਚ ਘੱਟੋ ਘੱਟ 4 ਵਾਰ ਹੁੰਦੇ ਹੋਣ, ਤਾਂ ਹਰ ਹਾਲ ਵਿੱਚ ਡਾਕਟਰ ਕੋਲ ਜਾਣਾ ਚਾਹੀਦਾ ਜੀ। ਹੁਣ ਜੇ ਤੁਹਾਨੂੰ ਲਗਾਤਾਰ ਹਰ ਰੋਜ਼ ਸ਼ਾਮ ਨੂੰ ਇੰਨੀ ਢਹਿੰਦੀ ਕਲਾ ਮਹਿਸੂਸ ਹੋਏ ਕਿ ਤੁਹਾਨੂੰ ਡੇਲੀ ਲੱਗੇ ਕਿ ਮੈਨੂੰ ਸ਼ਰਾਬ ਲੈਣੀ ਹੀ ਪੈਣੀ ਹੈ ਜਾਂ ਨਸ਼ਾ ਕਰਨ ਲੱਗ ਜਾਣਾ, ਕਿ ਮੈਨੂੰ ਉਸ ਤੋਂ ਬਗੈਰ ਮੇਰਾ ਦਿਨ ਨਹੀਂ ਟੱਪ ਰਿਹਾ, ਜਾਂ ਮੈਨੂੰ ਅੰਦਰ ਕੁਛ ਯਾਨੀ ਤਰਥੱਲੀ ਜੀ ਮਚੀ ਲੱਗਦੀ ਹੈ, ਜਾਂ ਫਿਰ ਖੁਦਕੁਸ਼ੀ ਕਰਨ ਨੂੰ ਦਿਲ ਕਰੇ, ਜਾਂ ਇਹੋ ਜਿਹੇ ਵਿਚਾਰ ਆਉਣ ਦੀ ਮੈਂ ਜ਼ਿੰਦਾ ਹੀ ਕਿਉਂ ਆ, ਜਾਂ ਮੇਰੀ ਜ਼ਿੰਦਗੀ 'ਚ ਹੈ ਹੀ ਕੀ, ਮੈਂ ਕੀ ਕਰਨਾ, ਇਹ ਇਮੀਡੀਏਟਲੀ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ ਜੀ। ਹੁਣ ਜੇ ਨਾ ਜਾਈਏ ਤਾਂ ਕੀ ਫਿਰ ਕਰ ਸਕਦਾ, ਮੈਂ ਉਹ ਜ਼ਰੂਰ ਦੱਸ ਦਿਆਂ ਕਿ ਜਿਹੜੇ ਸਰੀਰਕ ਰੋਗ ਇਸ ਘਬਰਾਹਟ ਨਾਲ, ਜੋ ਕਿ ਪਤਾ ਹੀ ਨਹੀਂ ਸਾਨੂੰ ਲੱਗਦਾ, ਛੋਟੀ ਉਮਰੇ ਜੋ ਦਿਲ ਦੇ ਰੋਗ ਹੋਣੇ ਸ਼ੁਰੂ ਹੋਏ ਨੇ, ਉਹ ਇਹੀ ਕਾਰਨ ਜੇ। ਸ਼ੱਕਰ ਰੋਗ ਇਹਦੇ ਨਾਲ ਹੋ ਸਕਦਾ ਜੇ, ਥਾਇਰਾਇਡ ਦੀਆਂ ਬਿਮਾਰੀਆਂ, ਦਮੇ ਦਾ ਅਟੈਕ, ਫੇਫੜਿਆਂ ਦੇ ਹੋਰ ਕਈ ਰੋਗ, ਅੰਤੜੀਆਂ ਦੇ ਰੋਗ ਹੋਣ ਲੱਗ ਜਾਂਦੇ ਨੇ, ਟੱਟੀਆਂ ਵਾਰ-ਵਾਰ ਲੱਗਦੀਆਂ ਰਹਿਣੀਆਂ, ਕਬਜ਼ ਹੋਣ ਲੱਗ ਜਾਣੀ, ਈਵਨ ਕੈਂਸਰ ਤੱਕ ਦੀ ਸ਼ੁਰੂਆਤ ਇਸ ਤਰੀਕੇ ਦੇ ਸਹਿਜੇ ਜੋ ਸਾਡੇ ਅੰਦਰ ਡਰ ਘਬਰਾਹਟ ਲਗਾਤਾਰ ਟਿਕੀ ਰਵੇ ਤਾਂ ਇਹ ਬਿਮਾਰੀਆਂ ਸ਼ੁਰੂ ਕਰ ਸਕਦੀਆਂ ਨੇ ਜੀ। ਹੁਣ ਦੇਖੋ ਜਿਵੇਂ ਸ਼ੁਰੂ ਕਦੇ ਕਿਸ ਤਰੀਕੇ ਹੁੰਦਾ, ਜਿਵੇਂ ਮੈਂ ਦੱਸਿਆ ਕਿ ਤੁਸੀਂ ਅੱਖੀਂ ਵੇਖਿਆ, ਆਪ ਹੀ ਗਵਾਹ ਹੋਵੋ ਕਿਸੇ ਕਤਲ ਦੇ ਜਾਂ ਕੁਛ ਐਕਸੀਡੈਂਟ ਦੇ, ਜਾਂ ਫਿਰ ਤੁਹਾਡਾ ਕੈਂਸਰ ਦਾ ਇਲਾਜ ਚੱਲ ਰਿਹਾ ਹੋਏ, ਯੂ ਆਰ ਕੈਂਸਰ ਸਰਵਾਈਵਰ, ਤੇ ਫਿਰ ਉਹ ਭੈ ਮਨ ਵਿੱਚ ਰਹਿ ਜਾਣਾ ਕਿ ਇਹ ਦੁਬਾਰਾ ਨਾ ਹੋ ਜਾਏ, ਅੱਜ ਕੁਛ ਵੀ ਨਿੱਕੀ ਚੀਜ਼ ਤੋਂ ਡਰ ਲੱਗਣਾ, ਘਰ ਵਿੱਚ ਕਿਸੇ ਦੀ ਆਪਣੇ ਦੀ ਮੌਤ ਹੋਈ ਹੋਵੇ, ਜਾਂ ਕੰਮਕਾਰ ਵਾਲੀ ਥਾਂ ਤੇ ਬਹੁਤ ਜ਼ਿਆਦਾ ਤਣਾਅ ਹੋਵੇ, ਜਾਂ ਕਈ ਵਾਰ ਦੇਖੋ ਸ਼ਖਸੀਅਤਾਂ 'ਚ ਹੀ ਕੁਛ ਫਰਕ ਹੁੰਦਾ, ਕਿਸੇ ਦੀ ਸ਼ਖਸੀਅਤ ਏਦਾਂ ਹੁੰਦੀ ਹੈ ਕਿ ਬੜੀ ਬੁਲੰਦ ਹੈ, ਨਿੱਕੀ ਮੋਟੀ ਚੀਜ਼ ਉਹ ਪਰਵਾਹ ਹੀ ਨਹੀਂ ਕਰਦੇ, ਜਦ ਕਿ ਕਿਸੇ ਦੀ ਸ਼ਖਸੀਅਤ ਇੰਨਾ ਡਰਾਕਲ ਹੈ ਕਿ ਉਹ ਆਵਾਜ਼ ਵੀ ਉੱਚੀ ਨਹੀਂ ਕੱਢਦਾ, ਨਾ ਬਿਲਕੁਲ ਰਹਿਣ ਹੀ ਦਿਓ ਜੀ, ਆਰਾਮ ਨਾਲ ਅਸੀਂ ਅੰਦਰ ਹੀ ਠੀਕ ਆ, ਸਾਡਾ ਤਾਂ ਬਸ ਇੰਜੀ ਗੁਜ਼ਾਰਾ ਲੰਘ ਜੇ, ਇੱਕ ਹਰਫ ਵੀ ਬੋਲਣਾ ਨਹੀਂ, ਇਸ ਤਰੀਕੇ ਦੇ ਯਾਨੀ ਕੁਛ ਡਰਾਕਲ ਸ਼ਖਸੀਅਤ ਹੁੰਦੀ ਜੇ ਜੀ। ਫਿਰ ਉਹਨਾਂ 'ਚ ਖਤਰਾ ਵੀ ਹੁੰਦਾ ਜੇ ਜਿਨ੍ਹਾਂ ਦੇ ਘਰ ਵਿੱਚ ਪਹਿਲਾਂ ਕੋਈ ਜੈਨੇਟਿਕ ਯਾਨੀ ਤਰੀਕੇ ਨਾਲ ਕੋਈ ਮਾਨਸਿਕ ਰੋਗ ਪਹਿਲਾਂ ਹੋਵੇ, ਜਿਹਦਾ ਖਤਰਾ ਅੱਗੇ ਪੁਸ਼ਤ ਦਰ ਪੁਸ਼ਤ ਚੱਲ ਸਕਦਾ ਹੋਵੇ, ਇਹ ਵੀ ਇੱਕ ਖਤਰਾ ਹੁੰਦਾ ਜਿਨ੍ਹਾਂ ਨੂੰ ਜ਼ਿਆਦਾ ਹੋਏ ਜੀ। ਹੁਣ ਜਦੋਂ ਇਹ ਕ੍ਰੋਨਿਕ ਹੋ ਜਾਂਦਾ, ਫਿਰ ਦੇਖੋ ਕੀ ਕੁਛ ਹੋ ਸਕਦਾ ਕਿ ਲਗਾਤਾਰ ਹੀ ਤੁਹਾਨੂੰ ਹਲਕੀ ਸਿਰ ਪੀੜ ਹੋਣ ਲੱਗ ਜਾਂਦੀ ਹੈ, ਕਿਉਂਕਿ ਨੀਂਦਰ ਪੂਰੀ ਨਹੀਂ ਆਉਂਦੀ, ਉਹ ਅੱਧ ਰਾਤ ਵੀ ਇੱਕਦਮ ਅੱਬੜਵਾਏ ਜਾਗਣਾ, ਫਿਰ ਅਗਲੇ ਦਿਨ ਸੁਸਤੀ ਜਿਹੀ ਪਈ ਜਾਣੀ ਜਾਂ ਡਿੱਗੀ ਜੇ ਜਾਣਾ, ਨੀਂਦਰ ਆਈ ਜਾਣੀ ਜੀ, ਫਿਰ ਬਦਹਜ਼ਮੀ ਹੋ ਜਾਣੀ, ਟੱਟੀਆਂ ਲੱਗਣੀਆਂ ਜਾਂ ਕਬਜ਼ ਹੋ ਜਾਣੀ, ਫਿਰ ਤੁਸੀਂ ਘਰ ਦਾ ਕੰਮ ਪ੍ਰੋਪਰ ਨਾ ਕਰ ਸਕਣਾ, ਚਿੜਚਿੜਾ ਹੋ ਜਾਣਾ, ਗੁੱਸੇ ਹੋਣ ਲੱਗ ਜਾਣਾ, ਚੀਕਣ ਲੱਗ ਜਾਣਾ, ਬੱਚਿਆਂ 'ਚ ਹੋਵੇ ਤਾਂ ਬੱਚੇ ਹੋਮਵਰਕ ਸਕੂਲ ਦਾ ਨਹੀਂ ਕਰ ਸਕਦੇ, ਧਿਆਨ ਨਾ ਲਾ ਸਕਣਾ, ਯਾਦਾਸ਼ਤ ਜੀ ਘਟਣੀ, ਨਾਮ ਚੰਗੇ ਭਲੇ ਚੇਤੇ ਸੀ, ਖਰੇ ਕੀ ਨਾਂ ਸੀ, ਉਹ ਇੰਝ ਯਾਦ ਹੀ ਨਹੀਂ ਆ ਰਿਹਾ, ਚਾਬੀ ਕਿੱਥੇ ਰੱਖੀ, ਖਰੇ ਕਿੱਥੇ ਗਈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਹੌਲੀ ਤੁਹਾਡੇ ਦਿਮਾਗ ਨੂੰ ਓਵਰਪਾਵਰ ਕਰ ਚੁੱਕੀ ਹੁੰਦੀ ਹੈ ਘਬਰਾਹਟ ਜਾਂ ਡਰ, ਜਿਹਨੂੰ ਨਹੀਂ ਟਰੀਟ ਕਰਾਇਆ ਗਿਆ, ਤੇ ਹੌਲੀ ਇਹ ਤੁਹਾਡਾ ਉਹਨਾਂ ਹਿੱਸਾ ਕੰਮ ਹੀ ਘਟਾ ਦਿੰਦਾ, ਯਾਦਾਸ਼ਤ ਹੀ ਘਟਣ ਲੱਗ ਜਾਂਦੀ ਹੈ। ਫਿਰ ਇਕੱਲੇ ਬੈਠਣਾ ਸ਼ੁਰੂ ਕਰ ਦੇਣਾ, ਇਹ ਵੀ ਇਮੀਡੀਏਟਲੀ ਟਰੀਟਮੈਂਟ ਮੰਗਦਾ। ਹੁਣ ਕਈ ਛੋਟੇ ਬੱਚਿਆਂ ਵਿੱਚ ਤੁਸੀਂ ਜਿਹੜੇ ਕਿ ਨਾਰਮਲ ਹੋ ਚੁੱਕੇ ਹੋਣ, ਬਾਅਦ ਵਿੱਚ ਤੁਸੀਂ ਦੇਖ ਸਕਦੇ ਹੋ ਪਿਸ਼ਾਬ ਵਿੱਚ ਕਰਨ ਲੱਗ ਜਾਂਦੇ ਨੇ, ਉਹ ਵੀ ਇਸੇ ਚੀਜ਼ ਦਾ ਹੀ ਇੱਕ ਲੱਛਣ ਜੇ। ਤੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਤੋਂ ਬਚ ਕਿਵੇਂ ਸਕਦੇ ਆ ਜੀ। ਦੇਖੋ ਜੇ ਤਾਂ ਕੁਝ ਦਿਨਾਂ 'ਚ ਕੁਝ ਘੰਟਿਆਂ 'ਚ ਹੋਵੇ ਤਾਂ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ, ਪਰ ਜੇ ਲੱਗੇ ਵੀ ਇਹ ਹਫ਼ਤਿਆਂ ਬੱਧੀ ਚੱਲੀ ਹੈ ਤਾਂ ਫਿਰ
ਇਹ ਠੀਕ ਨਹੀਂ ਹੈ, ਟ੍ਰੀਟਮੈਂਟ ਇਮੀਡੀਏਟਲੀ ਲੋੜ ਹੈ। ਜੀ ਤੇ ਡੇਲੀ ਜੇ ਅਸੀਂ ਕਸਰਤ ਕਰਦੇ ਰਹੀਏ, ਜਿਹੜੀ ਕਿ ਹਰ ਹਫਤੇ ਦੇ 5 ਦਿਨ ਘੱਟੋ ਘੱਟ 40 ਮਿੰਟ, ਤੇ ਹਮੇਸ਼ਾ ਉਹ ਤਗੜੀ ਕਸਰਤ ਜਿਸ 'ਚ ਤੁਹਾਡੇ ਦਿਲ ਨੂੰ ਤਗੜਾ ਪੰਪ ਕਰਨਾ ਪਿਆ ਹੋਵੇ, ਜੀ ਯਾਨੀ ਸਵਿਮਿੰਗ ਹੋ ਗਈ, ਸਾਈਕਲਿੰਗ ਹੋ ਗਈ, ਜੋਗਿੰਗ ਹੋ ਗਈ, ਰਨਿੰਗ ਹੋ ਗਈ, ਪੌੜੀਆਂ ਚੜ੍ਹਨੀਆਂ ਉਤਰਨੀਆਂ, ਇਹ ਕਿਸੇ ਵੀ ਤਰ੍ਹਾਂ ਦੀ ਜਿਸ 'ਚ ਤੁਹਾਨੂੰ ਚੰਗੀ ਕਸਰਤ, ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਕੋਈ ਵੀ ਅਜਿਹੀ ਖੇਡ, ਕ੍ਰਿਕਟ, ਤੁਹਾਨੂੰ ਦੌੜ ਭੱਜ ਜਿਸ 'ਚ ਕਰਨੀ ਪਵੇ, ਇਹ ਕਸਰਤ ਤੁਹਾਡੀ ਕਾਫੀ ਹੱਦ ਤੱਕ ਇਹੋ ਜਿਹੀ ਘਬਰਾਹਟ ਤੇ ਡਰ ਨੂੰ ਲਗਭਗ ਖਤਮ ਹੀ ਕਰ ਦਿੰਦੀ ਜੀ। ਜੀ ਜੀ ਫਿਰ ਲੱਗੇ ਭਾਵੇਂ ਅਜੀਬ, ਪਰ ਦੋਸਤਾਂ ਮਿੱਤਰਾਂ ਨਾਲ ਬਹਿ ਕੇ ਇਹ ਗੱਲਾਂ ਜੇ ਜ਼ਰੂਰ ਸਿਰਫ ਹਰ ਰੋਜ਼ 20 ਮਿੰਟ ਦਾ ਵੀ ਤੁਸੀਂ ਖਿੜਖਿੜਾ ਕੇ ਹੱਸ ਲਓ, ਉਹ ਗਾਲਾਂ ਹੀ ਕੱਢ ਲਓ, ਉਹਨੂੰ ਮਾੜੀ ਸ਼ਬਦਾਵਲੀ ਬੋਲ ਲਓ, ਘੁੱਟ ਕੇ ਜੱਫੀ ਪਾ ਲਓ, ਜਾ ਕੇ ਉਹਨੂੰ ਮਿਲ ਲਓ, ਕੋਈ ਪੁਰਾਣੀ ਗੱਲ ਯਾਦ ਕਰ ਲਓ, ਇਹ ਵੀ ਬੜੀ ਪੋਜ਼ਿਟਿਵਿਟੀ ਤੁਹਾਡੇ ਸਰੀਰ ਅੰਦਰ ਲੈ ਆਉਂਦੀ ਜੇ। ਫਿਰ ਤੁਸੀਂ ਪਾਲਤੂ ਜਾਨਵਰ ਨਾਲ ਘੁੰਮਣ ਨਿਕਲ ਜਾਓ, ਉਹਨੂੰ ਪਿਆਰ ਕਰੋ, ਗਮਲਿਆਂ ਵਿੱਚ ਬੂਟਿਆਂ ਨੂੰ ਦੇਖ ਲਓ, ਇਹ ਚੀਜ਼ਾਂ ਬਹੁਤ ਫਾਇਦਾ ਦਿੰਦੀਆਂ ਨੇ। ਪਰ ਜਿਹੜੀਆਂ ਚੀਜ਼ਾਂ ਤੋਂ ਉੱਕਾ ਹੀ ਪਰਹੇਜ਼ ਕਰਨ ਦੀ ਲੋੜ ਹੈ, ਉਹ ਹੈ ਕਿ ਇਹੋ ਜਿਹੀਆਂ ਖਬਰਾਂ ਜਿਹੜੀਆਂ ਮਿਸਾਲ ਵਜੋਂ ਇੰਨੀਆਂ ਮੌਤਾਂ ਅੱਜ ਹੋ ਗਈਆਂ, ਇੰਨੇ ਕਤਲ ਅੱਜ ਹੋਏ, ਇੰਨੇ ਲੋਕ ਅੰਨੇ ਹੋ ਗਏ, ਇਹ ਚੀਜ਼ਾਂ ਘਬਰਾਹਟ ਪੈਦਾ ਕਰਦੀਆਂ ਨੇ। ਸੋ ਸੌਣ ਤੋਂ 2 ਘੰਟੇ ਪਹਿਲਾਂ ਖਬਰਾਂ ਬਿਲਕੁਲ ਵੀ ਨਹੀਂ ਸੁਣਨੀਆਂ ਚਾਹੀਦੀਆਂ। ਬਿਲਕੁਲ ਬਿਲਕੁਲ ਜੀ ਬਿਲਕੁਲ। ਮੈਂ ਕਹਿੰਦਾ ਫੇਸਬੁੱਕ ਤਾਂ ਬੰਦ ਹੀ ਕਰ ਦਿਓ, ਫੇਸਬੁੱਕ ਤਾਂ ਡਰਾਉਂਦੀ ਹੈ ਝੂਠਾਂ ਦਾ। ਬਿਲਕੁਲ, ਫੇਸਬੁੱਕ, ਇੰਟਰਨੈਟ, ਟਵਿੱਟਰ ਵਗੈਰਾ ਸਭ ਕੁਝ ਜੋ ਆਈਡੀਅਲ ਕਿਸੇ ਬੰਦੇ ਨੂੰ ਲੰਮੀ ਜ਼ਿੰਦਗੀ ਭੋਗਣ ਤੇ ਬਿਮਾਰੀਆਂ ਤੋਂ ਬਚਣ ਲਈ ਹੈ, ਉਸ 2 ਘੰਟੇ ਪਹਿਲਾਂ, ਭਾਵੇਂ ਸਾਰਾ ਦਿਨ ਤੁਸੀਂ ਕਰਦੇ ਰਹੇ ਹੋਵੋ, ਸੌਣ ਤੋਂ 2 ਘੰਟੇ ਪਹਿਲਾਂ ਉੱਕਾ ਹੀ ਬੰਦ ਹੋ ਜਾਣਾ ਚਾਹੀਦਾ। ਮਧੁਰ ਸੰਗੀਤ ਉਸ ਸਮੇਂ ਸੁਣ ਸਕਦੇ ਹੋ, ਹਾਸੇ ਵਾਲੇ ਪ੍ਰੋਗਰਾਮ ਸੁਣ ਸਕਦੇ ਹੋ, ਚੁਟਕਲੇ ਸੁਣ ਸਕਦੇ ਹੋ, ਆਪਣੇ ਹੀ ਘਰ ਵਿੱਚ ਬੱਚਿਆਂ ਨਾਲ ਬੈਠ ਕੇ ਹੱਸ ਖੇਡ ਸਕਦੇ ਹੋ, ਉਹਨਾਂ ਦੀਆਂ ਗੱਲਾਂ ਸੁਣ ਸਕਦੇ ਹੋ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਹਨਾਂ ਤੋਂ ਬਚਣ ਲਈ। ਪਰ ਜੇ ਲੱਗੇ ਕਿ ਤੁਹਾਡਾ ਤਣਾਅ ਨਹੀਂ ਕੰਟਰੋਲ ਵਿੱਚ ਹੋ ਰਿਹਾ, ਫਿਰ ਇਹਦੇ ਲਈ ਸਾਈਕੋਥੈਰੇਪੀ ਦੀ ਲੋੜ ਬਹੁਤ ਜ਼ਰੂਰੀ ਹੁੰਦੀ ਜੇ। ਦਵਾਈਆਂ ਲੈਣੀਆਂ ਪੈ ਸਕਦੀਆਂ ਨੇ ਜਿਨ੍ਹਾਂ ਦੇ ਲੰਬੇ ਕੋਰਸਿਸ ਨੇ ਜੀ। ਤੇ ਜਦੋਂ ਵੀ ਇਹ ਤੁਸੀਂ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਨੇ, ਉਦੋਂ ਵਾਧੂ ਚਾਹ ਕੌਫੀ ਵੀ ਨਾਲ ਨਹੀਂ ਲੈਣੀ ਹੁੰਦੀ ਤੇ ਸਿਗਰਟ ਨਹੀਂ ਲੈਣੀ ਹੁੰਦੀ। ਯੋਗ ਕਾਫੀ ਬੈਨੀਫੀਸ਼ੀਅਲ ਦੇਖਿਆ ਗਿਆ, ਕਿਉਂਕਿ ਤੁਸੀਂ ਸਾਹ ਉੱਤੇ ਕੇਂਦਰਿਤ ਕਰਨਾ ਤੇ ਉਦੋਂ ਇਹੋ ਜਿਹੇ ਨਿੱਕੇ ਮੋਟੇ ਡਰ ਭੁੱਲ ਜਾਂਦੇ ਨੇ ਤੁਹਾਨੂੰ। ਪਰ ਸਭ ਤੋਂ ਜ਼ਰੂਰੀ ਹੈ ਕਿ ਜੇ ਤੁਹਾਡਾ ਸੌਣ ਦਾ ਸਮਾਂ ਮਿਸਾਲ ਵਜੋਂ 9:30 ਵਜੇ ਸੌਂਦੇ ਹੋ ਤੁਸੀਂ, ਤਾਂ ਅੱਧਾ ਘੰਟਾ ਪਹਿਲਾਂ ਡਿਮ ਲਾਈਟ ਕਰਕੇ ਤੁਸੀਂ ਜ਼ਰੂਰ ਉੱਥੇ ਬੈਠੋ, ਰਿਲੈਕਸ ਕਰੋ, ਭਾਵੇਂ ਹਲਕੀ ਮਾਲਿਸ਼ ਕਰਾ ਲਓ, ਨਹਾ ਲਓ ਕੋਸੇ ਪਾਣੀ ਨਾਲ, ਹਲਕੀ ਪਰਫਿਊਮ ਕਮਰੇ 'ਚ ਹੋ ਸਕਦੀ ਹੈ, ਤੇ ਤੁਸੀਂ ਗ੍ਰੈਜੂਅਲੀ ਆਪਣੀ ਚਾਦਰ ਜਾਂ ਰਜਾਈ 'ਚ ਵੜ ਜਾਓ ਤੇ ਤੁਹਾਨੂੰ 9:30 ਤੱਕ ਹੌਲੀ ਹੌਲੀ ਫਿਰ ਨੀਂਦਰ ਆ ਜਾਏਗੀ। ਯਾਨੀ ਸੌਣ ਤੋਂ ਅੱਧਾ ਕੁ ਘੰਟਾ ਪਹਿਲਾਂ ਤੁਸੀਂ ਜਿਵੇਂ ਪ੍ਰਿਪੇਅਰ ਹੋਣਾ ਹੁੰਦਾ, ਉਹ ਚੀਜ਼ ਕਹੀਦਾ ਕਿ ਹਮੇਸ਼ਾ ਰੱਖੋ ਜੀ। ਹੁਣ ਇੱਕ ਗਰੁੱਪਸ ਤਿਆਰ ਹੋ ਚੁੱਕੇ ਨੇ ਜਿਹੜੇ ਹੈ ਹੀ ਸਪੈਸੀਫਿਕਲੀ, ਜਿਵੇਂ ਐਲਕੋਹਲ ਐਨੋਨਿਮਸ ਸੀ, ਜਿਵੇਂ ਉਹ ਸ਼ਰਾਬ ਪੀਣ ਵਾਲੇ ਆਪੋ 'ਚ ਗੱਲ ਕਰਦੇ ਨੇ, ਉਸੇ ਤਰ੍ਹਾਂ ਇੱਕ ਘਬਰਾਹਟ ਵਾਲਿਆਂ ਦੇ ਵੀ ਗਰੁੱਪ ਬਣ ਚੁੱਕੇ ਹੋਏ ਨੇ ਇੰਟਰਨੈਸ਼ਨਲ। ਉਹਨਾਂ ਵਿੱਚ ਤੁਸੀਂ ਆਪਣੇ ਤਜਰਬੇ ਸਾਂਝੇ ਕਰ ਸਕਦੇ ਹੋ, ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਠੀਕ ਕੀਤਾ, ਤੇ ਉਹ ਬੜੇ ਪੋਜ਼ਿਟਿਵ ਐਟੀਟਿਊਡ ਨਾਲ, ਡਾਕਟਰਾਂ ਕੋਲ ਜਾਣ ਦੀ ਵੀ ਲੋੜ ਨਹੀਂ ਪੈਂਦੀ। ਉਸ ਗਰੁੱਪਸ ਵਿੱਚ ਤੁਸੀਂ ਕਾਫੀ ਕੁਛ ਉਹਦੇ ਨਾਲ ਆਪਣੇ ਆਪ ਨੂੰ ਸਹਿਜ ਕਰ ਸਕਦੇ ਹੋ। ਫਿਰ ਜੇ ਬਿਲਕੁਲ ਹੀ ਕੰਟਰੋਲ 'ਚ ਨਾ ਹੋ ਰਹੀ ਹੋਵੇ ਤਾਂ ਜਿਹੜਾ ਬਹੁਤ ਅਸਰਦਾਰ ਤਰੀਕਾ ਹੈ ਕਿ ਕੋਈ ਨਵੀਂ ਚੀਜ਼ ਸਿੱਖਣ ਲੱਗ ਜਾਓ, ਜਿਵੇਂ ਸਿਤਾਰ ਸਿੱਖ ਲਓ, ਤਬਲਾ ਸਿੱਖ ਲਓ, ਮਿਊਜ਼ਿਕ ਦੇ ਨਾਲ ਉਵੇਂ ਕੋਈ ਵੀ ਕੰਮ ਕਰਨ ਲੱਗ ਜਾਓ, ਨਹੀਂ ਨਵੀਂ ਜ਼ਬਾਨ ਸਿੱਖ ਲਓ, ਪਹੇਲੀਆਂ ਬੁੱਝਣੀਆਂ, ਕੱਪੜੇ ਸੀਨੇ ਸਿੱਖ ਲਓ, ਕੰਪਿਊਟਰ ਚਲਾਉਣਾ ਸਿੱਖ ਲਓ, ਪੇਂਟਿੰਗ ਸਿੱਖ ਲਓ। ਯਾਨੀ ਕੋਈ ਨਵੀਂ ਚੀਜ਼ ਜਦੋਂ ਤੁਸੀਂ ਸਿੱਖੋਗੇ ਤਾਂ ਤੁਸੀਂ ਤੁਹਾਡੀ ਇਹ ਡਰ ਜਾਂ ਘਬਰਾਹਟ ਵਾਲੀ ਜੋ ਬਿਮਾਰੀ ਬਣ ਚੁੱਕੀ ਹੈ ਤੇ ਜੋ ਟ੍ਰੀਟਮੈਂਟ ਤੇ ਵੀ ਉਹਨਾਂ ਵਿੱਚ ਕਾਫੀ ਅਸਰ ਪਏਗਾ, ਤੇ ਉਹਦੇ ਨਾਲ ਤੁਹਾਡੀ ਜੋ ਭੁੱਲਦੀਆਂ ਜਾਂਦੀਆਂ ਚੀਜ਼ਾਂ ਵਾਲੀ ਉਹ ਯਾਦਦਾਸ਼ਤ ਵੀ ਰਵਾਂ ਹੋ ਜਾਂਦੀ ਜੇ ਜੀ। ਸੋ ਇਹ ਜੋ ਅਲਟੀਮੇਟ ਇੱਕ ਆਨਸਰ ਜੋ ਕੀਤਾ ਜਾਂਦਾ ਸਾਈਕੋਥੈਰੇਪੀ ਵਿੱਚ, ਉਹ ਇਹ ਹੁੰਦਾ ਜੇ ਸਵਾਲ ਪੁੱਛਣੇ ਉਹਨੂੰ, ਵੀ ਭਾਈ ਦੱਸਿਓ, ਪਹਿਲਾਂ ਵੀ ਔਖਾ ਸਮਾਂ ਆਇਆ ਸੀ ਤੇ ਲੰਘ ਗਿਆ ਸੀ,
ਤਾਂ ਭਾਈ ਫਿਰ ਲੰਘ ਜਾਏਗਾ ਨਾ। ਤੇ ਹੋਰ ਕਿਸੇ ਨੂੰ ਦੱਸਦਾ ਐਗਜ਼ਾਮਪਲ ਦੇਣਾ, ਉਹ ਵੇਖ ਇਸ ਤੋਂ ਵੀ ਔਖੇ ਸਮੇਂ ਲੰਘਿਆ ਭਾਈ, ਉਹਦੀਆਂ ਤਾਂ ਲੱਤਾਂ ਹੀ ਨਹੀਂ ਸੀ ਫਿਰ ਵੀ ਐਵਰੈਸਟ ਚੜ ਗਿਆ, ਤੇ ਤੈਨੂੰ ਕਾਹਦਾ ਰੋਣਾ ਪਿਆ। ਜੀ ਸੋ ਇਸ ਤਰੀਕੇ ਦੀਆਂ ਉਹਨੂੰ ਨੋਰਮਲ ਸਹਿਜ ਕਰਨ ਲਈ ਬਹੁਤ ਜ਼ਰੂਰੀ ਜੇ। ਪਰ ਮੈਨੂੰ ਲੱਗਦਾ ਹੈ ਭਾਜੀ ਕਿ ਜਿਹੜੇ ਵੀ ਸੁਣ ਰਹੇ ਸਰੋਤੇ ਨੇ ਉਹਨਾਂ ਨੂੰ ਇੰਨੀ ਕੁ ਗੱਲ ਕਰਦੀ ਹੈ ਕਿ ਆਪਾਂ ਇੰਨਾ ਜੋ ਟਾਈਮ ਲਾਇਆ, ਜੀ ਜੀ ਤੁਸੀਂ ਇਹ ਵੇਖੋ ਕਿ ਗੁਰੂ ਤੇਗ ਬਹਾਦਰ ਜੀ ਨੇ ਸਿਰਫ ਇੱਕੋ ਹੀ ਸਤਰ ਵਿੱਚ ਸਮਝਾ ਦਿੱਤਾ ਸੀ, ਜੋ ਮੈਂ ਅੱਜ ਇੰਨਾ ਕੁਝ ਦੱਸਣਾ ਚਾਹ ਰਹੀ ਹਾਂ ਕਿ ਜੀ, ਜੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਜੇ ਉਨੀ ਕੁ ਗੱਲ ਹੀ ਸਾਨੂੰ ਸਮਝ ਆ ਜਾਏ ਤੇ ਮੈਨੂੰ ਲੱਗਦਾ ਹੋਰ ਕੁਝ ਰਹਿ ਹੀ ਨਹੀਂ ਜਾਂਦਾ। ਪਰ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਅਸੀਂ ਜੀ ਲਈਏ, ਜੰਮਣ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ 'ਚ ਕੁਝ ਅਸੀਂ ਰੰਗ ਭਰ ਜਾਈਏ, ਯਕੀਨਨ ਜੀ। ਉਹ ਅਸਲ ਜ਼ਿੰਦਗੀ ਕਹੀ ਜਾਏਗੀ, ਵਰਨਾ ਬਾਕੀ ਤਾਂ ਸਮਾਂ ਹੀ ਟਪਾ ਕੇ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ ਜੀ ਸਮਾਂ ਦੇਣ ਦੇ ਲਈ। ਸੋ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ ਤੇ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਮੈਂ ਤੁਹਾਡੇ ਤੋਂ ਆਗਿਆ ਲੈਂਦਾ। ਫਿਰ ਮੁਲਾਕਾਤ ਹੋਏਗੀ ਕੱਲ੍ਹ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।